Welcome everyone to the online platform of Max Overseas. So ਆਪਾਂ ਜਿਹੜੀ ਹੈਗੀ ਆ ਪਿਛਲੀਆਂ ਦੋ ਵੀਡੀਓਜ਼ ਦੇ ਵਿੱਚ ਤੁਹਾਨੂੰ ਪਤਾ ਹੀ ਹੈਗਾ we have been discussing about the sentence formation and why is it important because ਇਹਦੇ ਸਾਨੂੰ ਮਾਰਕਸ ਮਿਲਨੇ ਐਗਜ਼ਾਮ ਦੇ ਵਿੱਚ ਰਾਈਟ। ਸੋ ਹੁਣ ਆਪਾਂ ਕੀ ਕਰਾਂਗੇ ਆਪਣੇ ਕੰਪਾਊਂਡ ਸੈਂਟੈਂਸਸ ਕਰ ਲਿਆ ਆਪਣੇ ਸਿੰਪਲ ਸੈਂਟੈਂਸਸ ਕਰ ਲਿਆ। So ਅੱਜ ਦੀ ਕਲਾਸ ਦੇ ਵਿੱਚ what we are going to discuss the complex sentences। So ਅਗਰ ਤੁਸੀਂ ਜਿਹੜਾ ਹੈਗਾ ਅਗਰ ਤੁਹਾਨੂੰ clause ਵਾਲੀ ਚੀਜ਼ ਕਲੀਅਰ ਨਹੀਂ ਹੈਗੀ ਸੋ ਤੁਸੀਂ ਕੀ ਕਰ ਸਕਦੇ ਹੈਗੇ ਹੋ ਰਾਜੇ ਆਪਣਾ ਜਿਹੜਾ ਫਸਟ ਪਾਰਟ ਹੈਗਾ ਤੁਹਾਡਾ ਉਹਨੂੰ ਪਹਿਲਾਂ ਚੈੱਕ ਕਰੋ ਪਾਰਟ 1 ਨੂੰ ਉਹਦੇ ਵਿੱਚ ਆਈਵ ਕਲੀਅਰਡ ਅਬਾਊਟ ਦਾ ਵਟ ਕਲਾਸ ਇਜ਼ ਆਪਾਂ ਕਿੱਦਾਂ ਡਿਫਰੈਂਟ ਟਾਈਪ ਦੇ ਕਲਾਸ ਬਣਾ ਸਕਦੇ ਹਾਂ। ਸੋ ਕੰਪਲੈਕਸ ਸੈਂਟੈਂਸਸ ਦੇ ਵਿੱਚ ਆਪਾਂ ਕੀ ਦੇਖਣਾ ਹੁੰਦਾ ਹੈ ਕੰਪਲੈਕਸ ਫਾਰਮੇਸ਼ਨ ਸੈਂਟੈਂਸ ਫਾਰਮੇਸ਼ਨਸ ਆਪਣੇ ਕੋਲੇ ਉਹ ਵਾਲੀਆਂ ਸੈਂਟੈਂਸ ਫਾਰਮੇਸ਼ਨਸ ਹੁੰਦੀਆਂ ਨੇ ਜਿਹਦੇ ਵਿੱਚ ਇੱਕ ਕਲਾਸ ਤੁਹਾਡੇ ਕੋਲੇ ਡਿਪੈਂਡੈਂਟ ਹੁੰਦਾ ਆ ਇੱਕ clause ਤੁਹਾਡੇ ਕੋਲੇ independent ਹੁੰਦਾ ਆ। So basically we are having a set of two clauses, one of which is a dependent clause and another one is independent clause, and in case you are not clear what a dependent or independent clause is, go and watch the first video so you will be clear with that. So we are going to move forward from that point. So we need to add certain sentence formations especially which are complex in your writing in order to achieve like 7 bands or 6 bands or higher, right? So what we need to do is this type of sentence structure is important for IELTS because you get awarded band 6 and higher for this in the grammatical range and accuracy session. So ਜਿਹੜਾ ਸੈਕਸ਼ਨ ਹੁੰਦਾ ਤੁਹਾਡੀ ਰੀਡਿੰਗ ਦਾ ਜਿੱਥੇ ਸੌਰੀ ਰਾਈਟਿੰਗ ਦਾ ਜਿੱਥੇ ਐਗਜ਼ਾਮੀਨਰ ਨੇ ਤੁਹਾਨੂੰ ਗ੍ਰਾਮੈਟੀਕਲ ਰੇਂਜ ਤੇ ਐਕੂਰੇਸੀ ਦੇ ਮਾਰਕਸ ਦੇਣੇ ਹੁੰਦੇ ਆ ਉਹ ਮਾਰਕਸ ਦੇ ਵਿੱਚ ਤੁਹਾਡੀ ਸੈਂਟੈਂਸ ਫਾਰਮੇਸ਼ਨ ਬਹੁਤ ਇੰਪੋਰਟੈਂਟ ਹੈਗੀ ਆ। ਸੋ ਵੀ ਨੀਡ ਟੂ ਵਰਕ ਔਨ ਦਿਸ ਪਾਰਟਿਕੂਲਰ ਐਸਪੈਕਟ ਰਾਈਟ। ਸੋ ਉਹ ਕਹਿੰਦੇ ਕਿ ਤੁਹਾਨੂੰ ਦੱਸਣਾ ਪਊਗਾ ਐਗਜ਼ਾਮੀਨਰ ਨੂੰ ਯੂ ਨੀਡ ਟੂ ਡੈਮੋਨਸਟ੍ਰੇਟ ਦੈਟ ਯੂ ਆਰ ਏਬਲ ਟੂ ਯੂਜ਼ ਦੈਮ the more varied the more accurate ਜਿੰਨਾ ਜ਼ਿਆਦਾ ਵੈਰਾਈਟੀ ਤੁਸੀਂ ਪੇਸ਼ ਕਰੋਗੇ ਜਿੰਨੀ ਜ਼ਿਆਦਾ ਐਕੂਰੇਸੀ ਤੁਸੀਂ ਜਿਹੜਾ ਹੈਗਾ ਆਪਣੇ ਐਗਜ਼ਾਮ ਦੇ ਵਿੱਚ ਐਗਜ਼ਾਮੀਨਰ ਨੂੰ ਰਿਪਰੈਜ਼ੈਂਟ ਕਰੋਗੇ ਉਨੇ ਹੀ ਜ਼ਿਆਦਾ ਵਧੀਆ ਤੁਹਾਨੂੰ ਬੈਂਡ ਸਕੋਰ ਮਿਲਣਗੇ। ਸੋ ਬੇਸਿਕਲੀ ਦਿਸ ਥਿੰਗ we need to work on this part right ਹੈ ਨਾ। ਤਾਂ ਉਹਨਾਂ ਨੇ ਕੀ ਕਿਹਾ ਆ ਸਾਡੇ ਕੋਲੇ ਡਿਫਰੈਂਟ ਟਾਈਪ ਦੇ ਕੰਪਲੈਕਸ ਸੈਂਟੈਂਸਸ ਹੁੰਦੇ ਆ ਤੇ ਇਹਨਾਂ ਦੇ ਵਿੱਚ ਆਪਾਂ ਡਿਸਕਸ਼ਨ ਕਰਦੇ ਆ। ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹੈਗੇ ਆ ਕੰਪਲੈਕਸ ਸੈਂਟੈਂਸਿਸ ਦੋ ਕਲੌਜ਼ ਨੂੰ ਐਡ ਕੀਤਾ ਹੁੰਦਾ ਸੁਬਾਰਡੀਨੇਟਿੰਗ ਕੰਜੰਕਸ਼ਨ ਦੇ ਨਾਲ। ਦੱਸਦੀ ਹਾਂ ਸਾਰੀਆਂ ਚੀਜ਼ਾਂ ਕੀ ਹੁੰਦੀਆਂ। ਬੇਸਿਕਲੀ ਤੁਸੀਂ ਇੰਨੀ ਗੱਲ ਦਿਮਾਗ 'ਚ ਲੈ ਕੇ ਚੱਲਣੀ ਆ ਕਿ ਕੰਪਲੈਕਸ ਸੈਂਟੈਂਸ ਉਹ ਹੈਗਾ ਜਿਹਦੇ ਵਿੱਚ ਮੈਂ ਦੋ ਜਾਣਕਾਰੀਆਂ ਦਿੱਤੀਆਂ ਠੀਕ ਹੈ ਦੋ ਕਲੌਜ਼ ਹੈਗੇ ਆ and both these clauses are linked to each other, one of which is dependent and another one is independent. Example ਲੈਨੇ ਆ ਜਿੱਦਾਂ ਮੈਂ ਕਿਹਾ I love teaching ਇੱਥੋਂ ਮੈਂ ਸਟਾਰਟ ਕੀਤਾ ਇਹਨੂੰ because ਤੋਂ मैं क्या भी because I love teaching, so this is your dependent clause ठीक है। another thing मैं क्या भी I became a teacher एग्जाम्पल आप पहला भी कीती है मैं एक टीचर बनी ठीक है इत्थे मैं फुल स्टॉप ला सकती हूँ बट इत्थे because I love teaching इत्थे मैं फुल स्टॉप नहीं ला सकती। हुण मैं इन्हां दोनों नूं जदों ऐड करूंगी ਤਾਂ ਜਿਹੜੀ ਮੇਰੇ ਕੋ ਸੈਂਟੈਂਸ ਫਾਰਮੇਸ਼ਨ ਸਾਹਮਣੇ ਆਊਗੀ that is going to be a complex sentence, that's it ਠੀਕ ਆ। ਹੁਣ ਜਿੱਦਾਂ ਮੈਂ ਇਹਨਾਂ ਨੂੰ ਐਡ ਕੀਤਾ ਮੈਂ ਕਿਹਾ ਵੀ I became a teacher because I like teaching ਤਾਂ ਮੈਂ ਕਿਹਾ ਵੀ ਕਿਉਂਕਿ ਮੈਨੂੰ ਟੀਚਿੰਗ ਪਸੰਦ ਹੈਗੀ ਆ ਇਸ ਕਰਕੇ ਮੈਂ ਟੀਚਰ ਬਣ ਗਈ ਠੀਕ ਆ। ਹੁਣ ਤੁਸੀਂ ਦੇਖੋ ਸਕੂਲ ਦੇ ਵਿੱਚ ਆਪਾਂ ਬਿਕੋਜ਼ ਹਮੇਸ਼ਾ ਯੂਜ਼ ਕਰਦੇ ਹੁੰਦੇ ਸੀ ਹਨਾ। ਸਕੂਲ ਦੇ ਵਿੱਚ ਤੁਸੀਂ ਬਿਕੋਜ਼ ਨੂੰ ਬਹੁਤ ਯੂਜ਼ ਕੀਤਾ ਆ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਯੂਨੀਵਰਸਿਟੀ ਲੈਵਲ ਤੇ ਤੁਸੀਂ ਇੱਕ ਗੱਲ ਧਿਆਨ ਦਿੱਤੀ ਹੋਣੀ ਆ ਤੁਸੀਂ ਬਿਕੋਜ਼ ਤੋਂ ਪਹਿਲਾਂ ਕਦੇ ਵੀ ਕੌਮਾ ਐਡ ਨਹੀਂ ਕਰਦੇ ਹਨਾ। ਇਹ ਗੱਲ ਆਪਾਂ ਨੇ ਮਤਲਬ ਅਨਕੌਂਸ਼ੀਅਸਲੀ ਇਹ ਗੱਲ ਆਪਾਂ ਨੋਟਿਸ ਕੀਤੀ ਆ ਕਿ ਆਪਾਂ ਬਿਕੋਜ਼ ਤੋਂ ਪਹਿਲਾਂ ਕੌਮਾ ਐਡ ਨਹੀਂ ਕਰਦੇ ਤਾਂ ਇੱਥੋਂ ਹੀ ਤੁਹਾਡੇ ਕੋਲੇ ਪੰਕਚੁਏਸ਼ਨ ਮਾਰਕ ਦਾ ਰੂਲ ਆ ਗਿਆ। ਰੂਲ ਕੀ ਆ ਕਿ ਅਗਰ ਆਪਣੇ ਕੋਲੇ ਜਿਹੜਾ ਫਸਟ ਪਲੇਸ ਹੈਗੀ ਆ ਤੁਹਾਡੀ ਅਗਰ ਤੁਹਾਡੀ ਫਸਟ ਪਲੇਸ ਦੇ ਉੱਤੇ ਤੁਹਾਡੇ ਕੋਲੇ ਇੱਕ ਇੰਡੀਪੈਂਡੈਂਟ ਕਲੌਜ਼ ਹੈਗਾ ਠੀਕ ਹੈ ਤੇ ਜਿਹੜੀ ਤੁਹਾਡੀ ਸੈਕਿੰਡ ਪਲੇਸ ਹੈਗੀ ਆ ਸੈਕਿੰਡ ਪਲੇਸ ਤੇ ਤੁਹਾਡੇ ਕੋਲੇ ਇੱਕ ਡਿਪੈਂਡੈਂਟ ਕਲੌਜ਼ ਆ
ठीक है। सो उस केस सिनेरियो दे विच यू विल ऐड नो कॉमा, कोई भी कॉमा नहीं आऊगा। कदों? ਜਦੋਂ ਆਪਣੇ ਕੋਲੇ ਫਸਟ ਪਲੇਸ ਦੇ ਉੱਤੇ ਕੀ ਹੈਗਾ ਆ, ਇੰਡੀਪੈਂਡੈਂਟ ਕਲੌਜ਼ ਹੈਗਾ, ਸੈਕੰਡ ਪਲੇਸ ਤੇ ਕੀ ਆ, ਡਿਪੈਂਡੈਂਟ ਕਲੌਜ਼ ਆ। ਅਗਰ ਇਸੇ ਚੀਜ਼ ਨੂੰ ਮੈਂ ਇਦਾਂ ਲਿਖਦੀ, अगर मैं इसे चीज़ ਨੂੰ इदां राइट डाउन कर दी, मैं क्या भी because I like teaching I became a teacher, because I like teaching I became a teacher। ਤਾਂ ਇਸ ਕੇਸ ਸਿਨੈਰੀਓ ਦੇ ਵਿੱਚ ਤੁਸੀਂ ਕੀ ਕਰਨਾ ਸੀ, ਜਿੱਥੇ ਤੁਹਾਡੇ ਕੋਲੇ ਡਿਪੈਂਡੈਂਟ ਕਲੌਜ਼ ਖਤਮ ਹੋਇਆ ਆ, ਜਿੱਥੇ ਤੁਹਾਡੇ ਕੋਲੇ ਫਸਟ ਕਲੌਜ਼ ਕੀ ਹੈਗਾ, ਆਪਣੇ ਕੋਲੇ ਡਿਪੈਂਡੈਂਟ ਕਲੌਜ਼ ਹੈ, ਜਿੱਥੇ ਵੀ ਮੇਰੇ ਕੋਲੇ ਡਿਪੈਂਡੈਂਟ ਕਲੌਜ਼ ਦਾ ਐਂਡ ਹੋਇਆ ਆ ਤੇ ਜਿੱਥੋਂ ਮੇਰੇ ਕੋਲੇ ਇੰਡੀਪੈਂਡੈਂਟ ਕਲੌਜ਼ ਦੀ ਸ਼ੁਰੂਆਤ ਹੋਈ ਆ, I will add a comma over there। So this is the rule for your punctuation mark। मैं because ਦੀ ਸਟਰਕਚਰ ਲੈ ਕੇ ਤਾਂ ਸਮਝਾਇਆ ਰਾਜੇ ਕਿਉਂਕਿ because ਤੁਸੀਂ ਸਾਰੀ ਲਾਈਫ ਯੂਜ਼ ਕੀਤਾ ਆ ਐਂਡ ਯੂ ਰਿਮੈਂਬਰ ਇਟ ਕਲੀਅਰਲੀ। ਠੀਕ ਆ, ਤਾਂ ਇੱਥੋਂ ਤੱਕ ਡਨ ਹੋ ਗਿਆ। because ਦੀ ਜਗ੍ਹਾ ਇੱਥੇ ਜਿਹੜਾ ਹੈਗਾ ਆਪਾਂ ਕੌਮਾ ਐਡ ਕੀਤਾ ਤੇ ਆਪਾਂ because ਦੇ ਨਾਲ ਇਹਨੂੰ ਡਨ ਕਰਤਾ। ਹੁਣ ਆ ਗਏ ਅੱਗੇ, ਤਾਂ ਆਪਾਂ ਦੇਖਦੇ ਹਾਂ ਕਿ ਕੀ ਕੁਝ ਹੋ ਰਿਹਾ ਹੈਗਾ ਹਨਾ। ਸਭ ਤੋਂ ਪਹਿਲਾਂ ਜਿੱਦਾਂ ਤੁਹਾਡੇ ਕੋਲੇ ਸਟਰਕਚਰ ਆਈ ਆ एग्जाम, मतलब एग्जाम ਦੇ ਵਿੱਚ ਵੀ ਨਹੀਂ, ਫਸਟ ਸਟਰਕਚਰ ਆਪਣੇ ਕੋਲੇ ਹੈਗੀ ਆ ਆਲਦੋ ਦੀ। ਆਪਾਂ ਆਲਦੋ ਡਿਸਕਸ ਕਰਨਾ ਹੈ। ਤਾਂ ਆਲਦੋ ਦਾ ਮਤਲਬ ਕੀ ਹੋ ਗਿਆ, ਭਾਵੇਂ ਕਿ ਹਨਾ, ਭਾਵੇਂ ਕਿ ਜਿੱਦਾਂ ਮੈਂ ਕਹਾਂ, ਮੈਂ ਕਿਹਾ ਵੀ ਭਾਵੇਂ ਕਿ ਮੈਨੂੰ ਟੀਚਿੰਗ ਪਸੰਦ ਵੀ ਨਹੀਂ ਪਰ ਮੈਂ ਟੀਚਰ ਬਣ ਗਈ ਹਨਾ, ਪਰ ਮੈਂ ਟੀਚਰ ਬਣ ਗਈ। ਹੁਣ ਦੇਖੋ ਪਰ ਜਿਹੜਾ ਹੋ ਗਿਆ ਬਟ ਹੋ ਗਿਆ, ਬਟ ਆਲਦੋ ਵਾਲੀ ਸਟਰਕਚਰ ਦੇ ਵਿੱਚ ਤੁਸੀਂ ਬਟ ਯੂਜ਼ ਨਹੀਂ ਕਰਦੇ ਹੈਗੇ ਇਨ ਯੋਰ ਆਇਲਸ ਰਾਈਟਿੰਗ। ਠੀਕ ਆ, that's another part of story। क्यों नहीं, that's another part of story। so ਆਪਾਂ ਕੀ ਕੀਤਾ, ਆਪਾਂ although ਦੀ ਸਟਰਕਚਰ ਲਾਈ। ਮੈਂ ਕੀ ਕਿਹਾ, ਮੈਂ ਕਿਹਾ ਵੀ although I dislike teaching I became a teacher। ਭਾਵਾਂ ਕਿ ਮੈਨੂੰ ਟੀਚਿੰਗ ਪਸੰਦ ਵੀ ਨਹੀਂ ਹੈਗੀ ਮੈਂ ਫਿਰ ਵੀ ਟੀਚਰ ਬਣ ਗਈ। ਤਾਂ ਇੱਥੇ ਆਲਦੋ ਕੀ ਹੋ ਗਿਆ ਤੁਹਾਡੇ ਕੋਲੇ, ਭਾਵੇਂ ਕੀ ਦੀ ਕੰਟੈਕਸਟ ਦੇ ਵਿੱਚ। ਹੁਣ ਇੱਥੇ ਦੇਖੋ ਕੀ ਚੀਜ਼ ਹੋਈ ਹੈਗੀ ਆ, ਆਲਦੋ ਭਾਵੇਂ ਕਿ ਮੈਨੂੰ ਟੀਚਿੰਗ ਪਸੰਦ ਨਹੀਂ, ਭਾਵੇਂ ਕਿ ਆਈ ਵਰਬ ਲੱਗੀ ਹੋਈ ਆ, ਭਾਵੇਂ ਕਿ ਮੈਨੂੰ ਟੀਚਿੰਗ ਪਸੰਦ ਨਹੀਂ। ਤਾਂ ਇਹ ਕੀ ਚੀਜ਼ ਹੋ ਗਈ, ਮੇਰੇ ਕੋਲੇ ਇੱਕ ਡਿਪੈਂਡੈਂਟ ਕਲੌਜ਼ ਹੋ ਗਿਆ ਹਨਾ, ਜਿਹੜਾ ਕਿ ਕਿਹੜੀ ਪੋਜੀਸ਼ਨ ਤੇ ਆਇਆ, ਜਿਹੜਾ ਕਿ ਫਸਟ ਪੋਜੀਸ਼ਨ ਤੇ ਆਇਆ ਆ। I became a teacher ਤਾਂ ਆ ਕੀ ਹੋ ਗਿਆ, ਮੇਰੇ ਕੋਲੇ ਇੱਕ ਇੰਡੀਪੈਂਡੈਂਟ ਕਲੌਜ਼ ਜਿਹੜਾ ਕਿ ਕਿੱਥੇ ਆਇਆ, ਸੈਕੰਡ ਪੋਜੀਸ਼ਨ ਤੇ ਆਇਆ। ਤੇ ਆਪਾਂ ਉਹੀ ਗੱਲ ਕੀਤੀ ਸੀ, ਫਸਟ ਪੋਜੀਸ਼ਨ ਤੇ ਡਿਪੈਂਡੈਂਟ ਕਲੌਜ਼ ਹੈ, ਯੂ ਵਿਲ ਐਡ ਅ ਕੌਮਾ। ਤਾਂ ਇੱਥੇ ਆਪਾਂ ਕੀ ਕਰਾਂਗੇ, ਇੱਕ ਕੌਮਾ ਐਡ ਕਰਾਂਗੇ। ਇੱਥੋਂ ਤੱਕ ਕਲੀਅਰ ਹੋ ਗਏ ਜੀ ਆਪਾਂ। ਠੀਕ ਹੈ, ਡਿਪੈਂਡੈਂਟ ਕਲੌਜ਼ ਕਿਹੜੀ ਪੋਜੀਸ਼ਨ ਤੇ ਹੋਵੇ, ਫਸਟ ਪੋਜੀਸ਼ਨ ਤੇ ਹੋਵੇ ਵੈਨ ਵੀ ਐਡ ਅ ਕੌਮਾ ਇਨ ਅਰ ਸੈਂਟੈਂਸ। ਅਗਰ ਉਹ ਸੈਕੰਡ ਪੋਜੀਸ਼ਨ ਤੇ ਹੈਗਾ ਤਾਂ ਉਸ ਕੇਸ ਸਿਨੈਰੀਓ ਦੇ ਵਿੱਚ ਜਿੱਦਾਂ ਮੈਂ ਆ ਕਹਾਂ, ਆਈ ਬਿਕੇਮ ਅ ਟੀਚਰ ਆਲਦੋ ਆਈ ਡਿਸਲਾਈਕ ਟੀਚਿੰਗ, ਤਾਂ ਆਲਦੋ ਵਾਲੀ ਸਟਰਕਚਰ ਨੂੰ ਤੁਸੀਂ ਚੁੱਕ ਕੇ ਪਿੱਛੇ ਲੈ ਗਏ, ਤਾਂ ਉਸ ਕੇਸ ਸਿਨੈਰੀਓ ਦੇ ਵਿੱਚ ਯੂ ਵਿਲ ਨਾਟ ਬੀ ਐਡਿੰਗ ਅ ਕੌਮਾ ਬਿਕੋਜ਼ ਯੋਰ ਡਿਪੈਂਡੈਂਟ ਕਲੌਜ਼ ਇਜ਼ ਐਟ ਦ ਸੈਕੰਡ ਪੋਜੀਸ਼ਨ ਹਨਾ। ਸਿੰਸ ਹੈਗਾ, ਹੁਣ ਦੇਖੋ ਸਿੰਸ ਹੋ ਗਿਆ ਤੁਹਾਡੇ ਕੋਲੇ, ਤੁਹਾਡਾ ਐਜ਼ ਹੋ ਗਿਆ, ਤੁਹਾਡਾ ਬਿਕੋਜ਼ ਹੋ ਗਿਆ। ਇਹ ਸਾਰੇ ਦੇ ਸਾਰੇ ਦਾ ਕਾਹਦਾ ਮਤਲਬ ਕੱਢਦੇ ਹੈਗੇ ਆ, ਕਿਉਂਕਿ ਹਨਾ। ਮੈਂ ਕਿਹਾ ਵੀ Ram was absent in class since, ਜਾਂ ਤੁਸੀਂ ਇੱਥੇ यूज करो as, ਜਾਂ ਤੁਸੀਂ ਇੱਥੇ यूज करो because। ਸਾਰਿਆਂ ਦਾ ਮਤਲਬ ਕਿਉਂਕਿ ਹੋ ਗਿਆ, since he was sick। ਤਾਂ ਮੈਂ ਕਿਹਾ ਵੀ ਜਿਹੜਾ ਹੈਗਾ ਰਾਮ ਹੈਗਾ ਉਹ ਕਲਾਸ ਦੇ ਵਿੱਚ ਐਬਸੈਂਟ ਸੀ, ਕਿਉਂ, ਕਿਉਂਕਿ ਉਹ ਕੀ ਸੀਗਾ, ਬਿਮਾਰ ਸੀਗਾ। ਤਾਂ ਆ ਸਾਰੇ ਤੁਹਾਡੇ ਕੋਲੇ ਕਿਉਂਕਿ ਦੇ ਕੰਟੈਕਸਟ ਦੇ ਵਿੱਚ ਚੱਲ ਗਏ। ਸੋ ਯੂ ਆਰ ਐਡਿੰਗ ਟੂ ਕਲੌਜ਼ਸ ਵਿਦ ਦਾ ਹੈਲਪ ਆਫ ਐਜ਼, ਸਿੰਸ ਜਾਂ ਬਿਕੋਜ਼। ਠੀਕ ਹੈ ਜੀ, ਅੱਗੇ ਮੂਵ ਕਰਦੇ ਹਾਂ। ਨੈਕਸਟ ਆ ਗਿਆ ਗਿਵਨ ਦੈਟ, ਜਾਂ ਤੁਹਾਡੇ ਕੋਲੇ ਪ੍ਰੋਵਾਈਡਡ, ਜਾਂ ਫਿਰ ਆਪਾਂ ਕਰਦੇ ਹੈਗੇ ਆ ਪ੍ਰੋਵਾਈਡਡ ਦੈਟ, ਦਿੱਤਾ ਹੋਇਆ ਹਨਾ। ਮੈਂ ਕਿਹਾ ਵੀ I will not be
able to help you provided you start working hard। ਤਾਂ ਮੈਂ ਕਿਹਾ ਵੀ ਜੇ ਤੁਸੀਂ ਹਾਰਡ ਵਰਕ ਨਹੀਂ ਕਰੋਗੇ ਤਾਂ ਮੈਂ ਤੁਹਾਡੀ ਹੈਲਪ ਨਹੀਂ ਕਰ ਸਕਦੀ, ਠੀਕ ਹੈ। ਗਿਵਨ ਦੈਟ ਪ੍ਰੋਵਾਈਡਡ ਦੈਟ ਜਦੋਂ ਤੁਸੀਂ ਕੋਈ ਐਗਜ਼ਾਮਪਲ ਦੇਣੀ ਹੁੰਦੀ ਆ ਉਸ ਕੇਸ ਸਿਨੈਰੀਓ ਦੇ ਵਿੱਚ ਆਪਣੀ ਰਾਈਟਿੰਗ ਦੇ ਵਿੱਚ ਯੂਜ਼ ਕਰ ਸਕਦੇ ਹੋ। ਇਨ ਕੇਸ ਤੇ ਇਫ ਇਹ ਆਪਣੇ ਕੋਲੇ ਰਹਿ ਜੇ ਕੰਡੀਸ਼ਨਲ ਨੇ। ਕੋਸ਼ਿਸ਼ ਕਰੋ ਕਿ ਟਾਸਕ 1 ਦੇ ਵਿੱਚ ਤੇ ਟਾਸਕ 2 ਦੇ ਵਿੱਚ ਇੱਕ ਇੱਕ ਕੰਡੀਸ਼ਨਲ ਸਟਰਕਚਰ ਬਣਾ ਕੇ ਆਓ। ਕੰਡੀਸ਼ਨਲ ਦੇ ਐਡੀਸ਼ਨਲ ਮਾਰਕਸ ਹੁੰਦੇ ਆ, ਹਨਾ। ਜਿੱਦਾਂ ਮੈਂ ਤੁਹਾਨੂੰ ਸਿੰਪਲ ਕਿਹਾ, ਮੈਂ ਕਿਹਾ ਵੀ ਇਫ ਯੂ ਵਰਕ ਹਾਰਡ। ਹੁਣ ਦੇਖੋ ਮੈਂ ਇੱਥੇ ਕੰਡੀਸ਼ਨ ਲਾਤੀ, ਤਾਂ ਕੰਡੀਸ਼ਨਲ ਸੈਂਟੈਂਸ ਕੀ ਹੁੰਦਾ ਹੈ, ਇੱਕ ਸੈਕਸ਼ਨ ਦੇ ਵਿੱਚ ਸਾਡੇ ਕੋਲੇ ਕੰਡੀਸ਼ਨ ਲੱਗੀ ਹੁੰਦੀ ਹੈ, ਦੂਸਰੇ ਸੈਂਟੈਂਸ ਜਿਹੜਾ ਸੈਕਸ਼ਨ ਹੁੰਦਾ ਆਪਣੇ ਕੋਲੇ ਸਟੇਟਮੈਂਟ ਦਾ ਉਹਦੇ ਵਿੱਚ ਆਪਾਂ ਉਹਦਾ ਰਿਜ਼ਲਟ ਦਿੰਨੇ ਆ। ਤਾਂ ਮੈਂ ਕੀ ਕਿਹਾ, ਇਫ ਯੂ ਵਰਕ ਹਾਰਡ you will get your desired score। ਤਾਂ ਮੈਂ ਕਿਹਾ ਵੀ ਜੇ ਤੁਸੀਂ ਹਾਰਡ ਵਰਕ ਕਰੋਗੇ ਤਾਂ ਤੁਹਾਨੂੰ ਤੁਹਾਡਾ ਡਿਜ਼ਾਇਰ ਸਕੋਰ ਮਿਲ ਜੂਗਾ। ਤਾਂ ਮੈਂ ਕੀ ਕਰਤਾ, ਕੰਡੀਸ਼ਨ ਲਾਤੀ। ਹੁਣ ਇਹਨੂੰ ਇਦਾਂ ਵੀ ਕਹਿ ਸਕਦੀ ਸੀ ਮੈਂ, you will get your desired score if you work hard। if ਨੂੰ ਪਿੱਛੇ ਲੱਗੇ ਕੋਈ ਕੌਮਾ ਨਹੀਂ ਲੱਗੂਗਾ, ਠੀਕ ਹੈ। if ਦੀ ਜਗ੍ਹਾ ਤੇ ਤੁਸੀਂ ਇੱਥੇ in case ਵੀ ਯੂਜ਼ ਕਰ ਸਕਦੇ ਹੋ। ਇਨ ਕੇਸ ਦੇ ਵੇਲੇ ਆਪਾਂ ਪ੍ਰੋਬੇਬਿਲਿਸਟਿਕ ਡੋਮੇਨ ਦੇ ਵਿੱਚ ਗੱਲਾਂ ਕਰਦੇ ਹਾਂ। ਇਨ ਕੇਸ ਯੂ ਵਰਕ ਹਾਰਡ ਮਤਲਬ ਮੈਨੂੰ ਤੁਹਾਡੇ ਹਾਰਡ ਵਰਕ ਕਰਨ ਤੇ ਕੋਈ ਬਹੁਤਾ ਭਰੋਸਾ ਹੈਗਾ ਨਹੀਂ, ਠੀਕ ਹੈ। ਸੋ ਮਤਲਬ ਕੀ ਹੈ, ਜਦੋਂ ਮੈਂ ਪ੍ਰੋਬੇਬਿਲਿਸਟਿਕ ਡੋਮੇਨ 'ਚ ਗੱਲ ਕਰ ਰਹੀ ਹਾਂ ਕਿ ਹੋ ਸਕਦਾ ਹੋ ਜਾਵੇ, ਹੋ ਸਕਦਾ ਨਾ ਹੋਵੇ, ਤਾਂ ਉਸ ਕੇਸ ਦੇ ਵਿੱਚ ਮੈਂ ਕੀ ਕਰਦੀ ਹਾਂ, ਇਨ ਕੇਸ ਨੂੰ ਯੂਜ਼ ਕਰ ਲੈਂਦੀ ਹਾਂ, ਠੀਕ ਹੈ। ਐਜ਼ ਜਾਂ ਐਜ਼ ਇਫ, ਐਜ਼ ਆਪਾਂ ਯੂਜ਼ ਕਰ ਲਿਆ, ਹਨਾ। ਮੈਂ ਕਿਹਾ ਵੀ he ignored me as if I was not there। ਮੈਂ ਕਿਹਾ ਵੀ ਉਹ ਪਰਸਨ ਨੇ ਮੈਨੂੰ ਇੰਨਾ ਇਗਨੋਰ ਕੀਤਾ ਜਿਵੇਂ ਮੈਂ ਉੱਥੇ ਹੁੰਦੀ ਹੋਈ ਨਹੀਂ, ਹਨਾ। as if I was not there, ਜਿਵੇਂ ਮੈਂ ਉੱਥੇ ਹੁੰਦੀ ਹੋਈ ਨਹੀਂ। ਤਾਂ as if ਦੇ ਕੀ ਕਰਤੀ ਤੁਸੀਂ, ਕੰਡੀਸ਼ਨ ਲਾਤੀ। ਤਾਂ ਆ ਸਾਰੇ ਤੁਹਾਡੇ ਕੋਲੇ ਕੀ ਚੱਲ ਰਹੇ ਆ, ਕੰਡੀਸ਼ਨਲਸ ਚੱਲ ਰਹੇ ਹੈਗੇ ਆ। as long as ਮੈਂ ਕਿਹਾ ਵੀ you can get your desired score as long as you are dedicated enough। ਜਿੰਨਾ ਚਿਰ ਤੁਸੀਂ ਡੈਡੀਕੇਟਡ ਹੈਗੇ ਹੋ ਤੁਹਾਨੂੰ ਤੁਹਾਡੇ ਡਿਜ਼ਾਇਰ ਸਕੋਰ ਮਿਲਦੇ ਰਹਿਣਗੇ, ਹਨਾ। ਸਕੂਲ ਦੇ ਵਿੱਚ ਜਿਹੜੇ ਬੱਚੇ ਹਮੇਸ਼ਾ ਤੋਂ ਬੜੇ ਹਾਰਡ ਵਰਕਿੰਗ ਹੁੰਦੇ ਸੀ ਤਾਂ ਉਹਨਾਂ ਨੂੰ ਕੀ ਹੁੰਦਾ ਸੀ, ਹਮੇਸ਼ਾ they were able to get their scores, they were able to get whatever their goal was। ਤਾਂ ਆਪਾਂ ਕੀ ਕਿਹਾ, ਜਿੰਨਾ ਚਿਰ ਇਦਾਂ ਹੁੰਦਾ ਹੈਗਾ, ਹਨਾ। as long as far as ਇਹ ਕੀ ਹੈ, ਇਹ ਵੀ ਤੁਹਾਡੇ ਕੰਪਲੈਕਸ ਸੈਂਟੈਂਸਸ ਬਣ ਰਹੇ ਹੈਗੇ ਆ, ਠੀਕ ਹੈ। ਉਸ ਤੋਂ ਬਾਅਦ as soon as ਮੈਂ ਕਿਹਾ ਵੀ I saw Ram lying on the bed as soon as I reached home। ਤਾਂ ਮੈਂ ਕਿਹਾ ਵੀ ਜਿਵੇਂ ਮੈਂ ਘਰੇ ਗਈ ਤਾਂ ਰਾਮ ਬੈੱਡ ਤੇ ਪਿਆ ਸੀ। ਜਾਂ ਫਿਰ ਮੈਂ ਕਿਹਾ ਵੀ I'll be able to help you as soon as I reach your place। ਤਾਂ ਮੈਂ ਕਿਹਾ ਵੀ ਮੈਂ ਤੇਰੀ ਹੈਲਪ ਕਰ ਸਕਦੀ ਹਾਂ ਜਿਵੇਂ ਹੀ ਮੈਂ ਤੇਰੀ ਜਗ੍ਹਾ ਤੇ ਪਹੁੰਚ ਗਈ, ਹਨਾ। as much as ਇਹ ਕੀ ਹੈਗੀਆਂ, ਸਟਰਕਚਰਸ ਹੈਗੀਆਂ। ਉਸ ਤੋਂ ਬਾਅਦ ਆਪਣੇ ਕੋਲੇ ਅੱਗੇ ਆ ਗਿਆ ਰਾਜੇ in order to ਕੁਛ ਕਰਨ ਵਾਸਤੇ, ਹਨਾ। ਮੈਂ ਕਿਹਾ ਵੀ in order to get your desired score you need to work really hard। ਤਾਂ ਤੁਹਾਨੂੰ ਬਹੁਤ ਜ਼ਿਆਦਾ ਹਾਰਡ ਵਰਕ ਕਰਨ ਦੀ ਜ਼ਰੂਰਤ ਪਊਗੀ ਅਗਰ ਤੁਸੀਂ ਆਪਣਾ ਕੀ ਕਰਨਾ ਹੈਗਾ, ਡਿਜ਼ਾਇਰ ਸਕੋਰ ਹਾਸਲ ਕਰਨਾ ਆ। ਅੱਗੇ ਆ ਗਿਆ ਓਇੰਗ ਟੂ ਦਾ ਫੈਕਟ, ਡਿਊ ਟੂ ਦਾ ਫੈਕਟ, ਹਨਾ। ਆ ਰੀਜ਼ਨ ਕਰਕੇ ਤਾਂ ਮੈਂ ਕੋਈ ਕਾਰਨ ਦਿੱਤਾ, ਹਨਾ। ਮੈਂ ਕਿਹਾ ਵੀ ਡਿਊ ਟੂ ਦਾ ਫੈਕਟ ਦੈਟ ਰਾਮ ਵਾਜ਼ ਸਿਕ he was not able to attend classes। ਤਾਂ ਮੈਂ ਕਿਹਾ ਵੀ ਆਹ ਫੈਕਟ ਸੀ ਕਿ ਰਾਮ ਬਿਮਾਰ ਸੀ ਤਾਂ ਕਰਕੇ ਉਹ ਕੀ ਨਹੀਂ ਕਰ ਪਾਇਆ, ਉਹ ਕਲਾਸਿਸ ਅਟੈਂਡ ਨਹੀਂ ਕਰ ਪਾਇਆ, ਠੀਕ ਹੈ। being, ਹਨਾ। ਮੈਂ ਕਿਹਾ ਵੀ being a good student it is your responsibility to work daily, ਹਨਾ। ਤੁਹਾਡੇ ਸਟੂਡੈਂਟ ਹੋਣ ਦੇ ਨਾਤੇ ਇਹ ਤੁਹਾਡੀ ਰਿਸਪੌਂਸਿਬਿਲਿਟੀ ਹੈਗੀ ਆ। ਮੈਂ ਕਿਹਾ ਵੀ being a responsible Indian citizen it is my duty to pay taxes। ਤਾਂ ਮੇਰੀ ਇਹ ਡਿਊਟੀ ਹੈਗੀ ਆ ਕਿ ਮੈਂ ਟੈਕਸਿਸ ਨੂੰ ਪੇ ਕਰਾਂ। ਤਾਂ ਇੱਕ
ਆਪਾਂ ਕਹਿ ਸਕਦੇ ਹੈਗੇ ਆ ਕਿ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ, ਤਾਂ ਮੈਂ ਕੀ ਕਿਹਾ, ਬੀਇੰਗ ਅ ਰਿਸਪੌਂਸਿਬਲ ਇੰਡੀਅਨ ਸਿਟੀਜ਼ਨ, ਠੀਕ ਹੈ। had better otherwise ਦੀ ਸਟਰਕਚਰ ਜਿਹੜੀ ਸੌਰੀ ਡਿਊ ਟੂ, ਹਨਾ, ਤਾਂ ਮੈਂ ਜਿੱਦਾਂ ਕਿਹਾ ਇੱਥੇ ਕਿ ਡਿਊ ਟੂ ਦੇ ਨਾਲ ਮੈਂ ਕੀ ਕਹਿ ਰਹੀ ਹੂੰ, ਮੈਂ ਰੀਜ਼ਨ ਦੇ ਰਹੀ ਹੂੰ, ਹਨਾ। ਡਿਊ ਟੂ, ਓਇੰਗ ਟੂ ਇੱਕੋ ਹੀ ਗੱਲ ਹੈਗੀ ਆ, ਮੈਂ ਰੀਜ਼ਨ ਦਿੱਤੀ ਹੈਗੀ, ਰੀਜ਼ਨ ਦਿੱਤਾ ਹੈਗਾ ਕਿਸੇ ਗੱਲ ਦਾ, ਠੀਕ ਹੈ। ਫਿਰ ਆਪਣੇ ਕੋਲ ਆ ਗਿਆ ਅਨਲੈਸ। ਜਿੰਨਾ ਚਿਰ ਤੁਸੀਂ ਇਹ ਨਹੀਂ ਕਰਦੇ, ਮੈਂ ਕਿਹਾ ਵੀ ਅਨਲੈਸ ਯੂ ਵਰਕ ਰੀਅਲੀ ਹਾਰਡ ਯੂ ਵੋਂਟ ਬੀ ਏਬਲ ਟੂ ਗੈਟ ਯੂਰ ਡਿਜ਼ਾਇਰਡ ਸਕੋਰ। ਜਿੰਨਾ ਚਿਰ ਤੁਸੀਂ ਹਾਰਡ ਵਰਕ ਨਹੀਂ ਕਰਦੇ ਤੁਹਾਨੂੰ ਤੁਹਾਡਾ ਡਿਜ਼ਾਇਰਡ ਸਕੋਰ ਨਹੀਂ ਮਿਲੂਗਾ। ਅਨਲੈਸ, ਅਨਟਿਲ, ਕੰਡੀਸ਼ਨਲਸ ਲਗਾਤੀਆਂ, ਹਨਾ। ਹੈਡ ਬੈਟਰ ਅਦਰਵਾਈਜ਼ ਨੂੰ ਤੁਸੀਂ ਆਪਣੇ ਐਸੇ ਦੇ ਕਨਕਲੂਜਨ ਚ ਲੈ ਕੇ ਆ ਸਕਦੇ ਹੁੰਦੇ ਆ ਜਦੋਂ ਮੈਂ ਕਹਿਣਾ ਹੋਵੇ ਕਿ ਚੰਗਾ ਹੋਵੇਗਾ ਜੇਕਰ ਤੁਸੀਂ ਇਹ ਕਰ ਲਵੋ, ਹਨਾ। ਜਦੋਂ ਆਪਾਂ ਕਹਿੰਦੇ ਆ ਨਾ ਵੀ ਚੰਗਾ ਹੋਊਗਾ ਜੇ ਤੂੰ ਪੜ੍ਹ ਲਵੇਂ, ਨਹੀਂ ਤੇ ਬਹੁਤ ਮਾੜਾ ਹਾਲ ਹੋਣਾ ਤੇਰਾ, ਹਨਾ। ਜਾਂ ਆਪਾਂ ਕਹਿੰਦੇ ਹੁੰਦੇ ਆ, ਜਿਵੇਂ ਘਰ ਦੇ ਕਹਿੰਦੇ ਹੁੰਦੇ ਆ ਵੀ ਚੰਗਾ ਹੋਊਗਾ ਜੇ ਪੜ੍ਹ ਲੈਣੀ ਤਾਂ ਦਿਹਾੜੀਆਂ ਹੀ ਕਰਨੀਆਂ, ਤਾਂ ਉਹ ਕੀ ਹੈਗਾ, ਉਹ ਕੰਡੀਸ਼ਨ ਹੈਗੀ ਆ, ਠੀਕ ਹੈ। ਤਾਂ ਜਿੱਦਾਂ ਮੈਂ ਕਿਹਾ ਕਿ ਗਵਰਨਮੈਂਟ ਹੈਡ ਬੈਟਰ ਟੂ ਡੂ ਸਮਥਿੰਗ ਅਬਾਊਟ the crime rate in India, otherwise we may face serious consequences। ਤਾਂ ਹੋ ਸਕਦਾ ਮਤਲਬ ਗਵਰਨਮੈਂਟ ਨੂੰ ਜਿਹੜਾ ਹੈਗਾ ਕ੍ਰਾਈਮ ਰੇਟ ਨੂੰ ਘਟਾਉਣ ਵਾਸਤੇ ਕੁਛ ਨਾ ਕੁਛ ਕਰਨਾ ਚਾਹੀਦਾ, ਨਹੀਂ ਤਾਂ ਅਸੀਂ ਬਹੁਤ ਸੀਰੀਅਸ ਕੰਸੀਕੁਐਂਸਿਸ ਦੇਖ ਸਕਦੇ ਹਾਂ, ਠੀਕ ਹੈ ਜੀ। ਵੇਅਰਐਸ ਜਦ ਕਿ ਤੁਹਾਡੇ ਗ੍ਰਾਫ ਦੇ ਜਿਹੜਾ ਟਾਸਕ 1 ਰਾਜੇ ਆਪਾਂ ਯੂਜ਼ ਕੀਤਾ ਸੀ, ਟਾਸਕ 1 ਦੇ ਵਿੱਚ ਵੇਅਰਐਸ ਮੈਂ ਹਰ ਰੋਜ਼ ਯੂਜ਼ ਕਰਾਇਆ, ਹੈ ਨਾ। ਜਦ ਕਿ ਦੇ ਕੰਟੈਕਸਟ ਦੇ ਵਿੱਚ ਮੈਂ ਕਿਹਾ ਵੀ there is a continuous increase in the line graph whereas this thing has declined a lot, ਜਦ ਕਿ ਇਹਦੇ ਚ ਕਮੀ ਆ ਗਈ। ਤਾਂ whereas ਦਾ ਕੀ ਕੀਤਾ, ਤੁਸੀਂ ਦੋ ਕੁਆਂਟੀਟੀਜ਼ ਲਈਆਂ, ਜਦ ਕਿ ਦੇ ਨਾਲ ਉਹਨਾਂ ਨੂੰ ਕੰਪੇਅਰ ਕਰਤਾ, ਠੀਕ ਹੈ। ਸੋ ਆਪਾਂ ਨੇ ਇਹਨਾਂ ਸਟਰਕਚਰਸ ਨੂੰ 1 by 1 ਚੱਕਣਾ ਆ, ਇਹਨਾਂ ਦੀ ਪ੍ਰੈਕਟਿਸ ਕਰਨੀ ਆ। ਸਿਰਫ ਸਮਝਣ ਨਾਲ ਕੁਛ ਨਹੀਂ ਹੋਣ ਲੱਗਾ, you need to practice these structures regularly so that you can use them in your exam। like when I was appearing for IELTS ਮੈਂ ਸਾਰੀਆਂ ਸਟਰਕਚਰਸ ਪੜ੍ਹ ਕੇ ਗਈ ਸੀ, ਠੀਕ ਹੈ। ਜਿੱਦਾਂ ਜਵਾਕ ਹੁੰਦੇ ਆ ਨਾ, ਰੱਟਾ ਲਾ ਕੇ ਘੋਟ ਕੇ ਆਰਾਮ ਨਾਲ ਪੀ ਲੀਆਂ। ਬਟ ਦਾ ਪ੍ਰੋਬਲਮ ਵਾਸ ਜਦੋਂ ਮੈਂ ਐਗਜ਼ਾਮ ਦੇ ਵਿੱਚ ਟਾਸਕ ਅਚੀਵਮੈਂਟ ਨੂੰ ਜਿਹੜਾ ਹੈਗਾ ਸਹੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਮੇਰੇ ਤੋਂ ਸਟਰਕਚਰਸ ਨਹੀਂ ਬਣ ਪਾ ਰਹੀਆਂ ਸੀ। ਜੇ ਮੈਂ ਸਟਰਕਚਰਸ ਲਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਮੇਰੀ ਟਾਸਕ ਅਚੀਵਮੈਂਟ ਨਹੀਂ ਸਹੀ ਹੋ ਪਾ ਰਹੀ ਸੀ। ਮਤਲਬ ਕੋਹੀਜ਼ਨ ਤੇ ਕੋਹਰੈਂਸ ਵਾਲਾ ਫੈਕਟਰ ਜਿਹੜਾ ਹੈਗਾ that becomes a huge problem when you start working on your structures। so ਇਹਦੇ ਲਈ important ਚੀਜ਼ ਇਹ ਹੈਗੀ ਆ that we need to regularly practice these structures so that we can get a hold of over such structures, ਠੀਕ ਹੈ। ਅਗਰ ਤੁਹਾਨੂੰ ਕੋਈ ਸਟਰਕਚਰ ਸਮਝ ਨਹੀਂ ਲੱਗੀ ਜਾਂ ਤੁਹਾਨੂੰ ਕੁਝ ਕਲੀਅਰ ਨਹੀਂ ਹੋਇਆ, just write in the comment box, I'll try my best to answer your questions, ਠੀਕ ਹੈ। so that's all for today's session। next session ਦੇ ਵਿੱਚ ਆਪਾਂ complex compound structures ਕਰਾਂਗੇ। so thank you everyone for joining us, stay happy।